हाँ जी स्टूडेंट्स, ये सीगा फस्ट पार्ट अपना इस तो पहला जिस दे विच आपां पढ़िया कि इंडिया नूं जिहड़ी इंडिया दी हिस्टरी है ठीक है उसनूं कई बार किन्ने पीरियड्स दे विच डिवाइड कीता, कई बार किन्ने पीरियड्स दे विच डिवाइड कीता ठीक है। हर एक हिस्टोरीअन ने अपनी अपनी राय दे नाल डिवाइड करता ते दस्सिया कि उन्हां पार्टिकुलर पीरियड्स दे विच की वापरिया अपने इंडिया दे विच ठीक है। नाउ वी विल डिस्कस वाई वी हैव कंसिडर्ड द ब्रिटिश रूल एज कलोनीअल। वट इज़ कलोनीअल सब तो पहला ਆਪਾਂ ਪੜਾਂਗੇ ठीक है। कलोनीअल ਹੁੰਦਾ ਕੀ ਚੀਜ਼ ਹੈ। In this book you will read about the way the British came to conquer the country and establish their rule, subjugating local ਨਵਾਬਸ and ਰਾਜਾਸ। ਇਸ ਬੁੱਕ ਦੇ ਵਿੱਚ ਆਪਾਂ ਪੜਾਂਗੇ ਕਿੱਦਾਂ ਬ੍ਰਿਟਿਸ਼ਰਸ ਨੇ ਰੂਲ ਕੀਤਾ ਆਪਣੀ ਇੰਡੀਆ ਦੇ ਵਿੱਚ ਅਲੱਗ-ਅਲੱਗ ਥਾਵਾਂ 'ਤੇ ਕਬਜ਼ੇ ਕਰਕੇ। ਸਬਜੂਕੇਟਿੰਗ ਦਾ ਮਤਲਬ ਹੁੰਦਾ ਹੈ ਲੋਕਾਂ ਉਹਨਾਂ ਨੂੰ ਹਟਾ ਕੇ ਠੀਕ ਹੈ ਉਹਨਾਂ ਦੀ ਜਗ੍ਹਾ ਲੈ ਲੈਣੀ। ਲੋਕਲ ਨਵਾਬਸ ਤੇ ਰਾਜਿਆਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਆਪ ਰਾਜ ਕਰਨ ਲੱਗ ਜਾਣਾ। You will see how they established control over the economy and society, collected revenue to meet all their expenses, bought the goods they wanted at low prices, produced crops they needed for export, and you will understand the changes that came about as a consequences। मतलब कि ਆਪਾਂ ਪੜਾਂਗੇ ਕਿੱਦਾਂ ਉਹਨਾਂ ਨੇ ਆਪਣੇ ਉੱਤੇ ਕੰਟਰੋਲ ਕੀਤਾ ਠੀਕ ਹੈ। ਆਪਣੇ ਤੋਂ ਰੈਵਨਿਊ ਮਤਲਬ ਕਿ ਟੈਕਸ ਕਲੈਕਟ ਕਰਨ ਲੱਗ ਗਏ ਠੀਕ ਹੈ। ਆਪਣਾ ਜਿਹੜਾ ਇਕੋਨਮੀ ਅਤੇ ਸੁਸਾਇਟੀ ਦੇ ਉੱਤੇ ਕਿਸ ਤਰ੍ਹਾਂ ਕਬਜ਼ਾ ਕੀਤਾ ਅਤੇ ਕਿੱਦਾਂ ਆਪਣੀਆਂ ਖਰਚੇ ਦੇ ਉੱਤੇ ਆਪਦੀਆਂ ਜਿਹੜੀਆਂ ਆਪਦੇ ਖਰਚੇ ਪੂਰੇ ਕਰਨ ਲੱਗ ਗਏ ਠੀਕ ਹੈ। ਆਪਣੀਆਂ ਲੋੜਾਂ ਪੂਰੀਆਂ ਕਰਨ ਲੱਗ ਗਏ ਠੀਕ ਹੈ। ਕਿੱਦਾਂ ਉਸ ਚੀਜ਼ ਨੇ ਆਪਣੇ ਜਿਹੜੇ ਦੇਸ਼ ਦੀ ਇਕੋਨਮੀ ਨੂੰ ਅਤੇ ਆਪਣੀ ਸੁਸਾਇਟੀ ਨੂੰ ਕਿੱਦਾਂ ਇਫੈਕਟ ਕੀਤਾ, ਉਹ ਚੀਜ਼ਾਂ ਆਪਾਂ ਇਹਦੇ ਵਿੱਚ ਰੀਡ ਕਰਾਂਗੇ। ਯੂ ਵਿਲ ਆਲਸੋ ਕਮ ਟੂ ਨੋ ਅਬਾਊਟ ਦਾ ਚੇਂਜਸ ਬ੍ਰਿਟਿਸ਼ ਰੂਲ ਬਰੋਡ ਅਬਾਊਟ ਇਨ ਵੈਲਿਊਸ ਐਂਡ ਟੇਸਟ, ਕਸਟਮਸ ਐਂਡ ਪ੍ਰੈਕਟਿਸਸ। ਆਪਣੇ ਵਿੱਚ ਆਪਣੀਆਂ ਵੈਲਿਊਜ਼ ਦੇ ਵਿੱਚ ਆਪਣੇ ਟੇਸਟ ਆਪਣੇ ਜਿਹੜਾ ਮਤਲਬ ਆਪਣੀ ਪਸੰਦ ਸੀ ਠੀਕ ਹੈ ਉਸਨੂੰ ਕਿਸ ਤਰ੍ਹਾਂ ਉਹਨਾਂ ਨੇ ਪ੍ਰਭਾਵਿਤ ਕੀਤਾ, ਕਿਸ ਤਰ੍ਹਾਂ ਚੇਂਜ ਕੀਤਾ। When the subjugation of one country by another leads to these kinds of political, economic, social and cultural changes, we refer to process as colonization। ਪਰ ਜਦੋਂ ਕਹਿੰਦੇ ਇੱਕ ਕੰਟਰੀ ਦਾ ਮਤਲਬ ਕਿ ਇੱਕ ਕੰਟਰੀ ਦਾ ਕੋਈ ਪਰਸਨ ਜਿਹੜਾ ਲੀਡਰ ਹੈ ਉਸ ਨੂੰ ਰਿਪਲੇਸ ਕਰਤਾ ਠੀਕ ਹੈ, ਉਸ ਨੂੰ ਹਟਾ ਕੇ ਆਪਣਾ ਕੋਈ ਲੀਡਰ ਬਿਠਾ ਕੇ ਠੀਕ ਹੈ, ਉਸ ਦੇ ਵਿੱਚ ਕੀ ਕੀ ਚੇਂਜਸ ਆਉਂਦੀਆਂ ਨੇ ਠੀਕ ਹੈ। ਪੋਲੀਟੀਕਲ, ਇਕਨੋਮਿਕ, ਸੋਸ਼ਲ ਅਤੇ ਕਲਚਰਲ ਚੇਂਜਸ ਜਿਹੜੀਆਂ ਵੀ ਆਉਂਦੀਆਂ ਨੇ ਠੀਕ ਹੈ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਨੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਲੋਨਾਈਜੇਸ਼ਨ ਠੀਕ ਹੈ। You will however find all classes and groups did not experience these changes in the same way, that is why the book is called our pasts in the plural। ਕਹਿੰਦੇ ਬਟ ਆਪਾਂ ਕੀ ਨੋਟਿਸ ਕਰਦੇ ਹਾਂ ਆਪਣੇ ਉੱਤੇ ਅਫੈਕਟ ਤਾਂ ਹੈਗੇ ਨੇ ਉਹਨਾਂ ਦੇ ਜਦੋਂ ਉਹਨਾਂ ਨੇ ਆਪਣਾ ਜਿਹੜਾ ਲੀਡਰ ਸੀ ਉਹਨੂੰ ਰਿਪਲੇਸ ਕਰਤਾ, ਬਟ ਹਰ ਇੱਕ ਦੇ ਉੱਤੇ ਵੱਖਰਾ ਵੱਖਰਾ ਅਫੈਕਟ ਸੀਗਾ ਠੀਕ ਹੈ। ਕਿਸੇ ਏਰੀਏ ਦੇ ਵਿੱਚ ਕਿਸ ਤਰ੍ਹਾਂ ਦਾ ਅਫੈਕਟ, ਕਿਸੇ ਏਰੀਏ ਦੇ ਵਿੱਚ ਕੋਈ ਹੋਰ ਚੇਂਜ ਆਈ ਠੀਕ ਹੈ। ਸੋ ਇਸ ਤਰ੍ਹਾਂ ਤਾਂ ਹੀ ਆਪਣੀ ਬੁੱਕ ਦਾ ਨਾਮ ਕੀ ਹੈਗਾ ਆਰ ਪਾਸਟਸ। ਇਕੱਲਾ ਪਾਸਟ ਨਹੀਂ ਹੈਗਾ, ਪਾਸਟ ਦੇ ਵਿੱਚ ਐਕਸ ਵੀ ਲੱਗਿਆ ਹੋਇਆ ਠੀਕ ਹੈ ਐਸ, ਤਾਂ ਕਿ ਮਤਲਬ ਵੱਖ ਵੱਖ ਪਾਸਟ ਸੀਗੇ ਠੀਕ ਹੈ। ਸਾਰਿਆਂ ਦੇ ਆਪਣੇ ਆਪਣੇ ਅਲੱਗ-ਅਲੱਗ ਪਾਸਟ ਸੀ, ਇੱਕ ਨਹੀਂ ਬਹੁਤ ਜ਼ਿਆਦਾ ਪਾਸਟ ਸੀਗੇ ਠੀਕ ਹੈ, ਜਿਸ ਦੇ ਕਰਕੇ ਹਰ ਇੱਕ ਦੇ ਪਾਸਟ ਦੀ ਅਲੱਗ-ਅਲੱਗ ਸਟੋਰੀ ਹੈ। ਹਾਊ ਡੂ ਵੀ ਨੋ ਵਟ ਸੋਰਸਿਸ ਡੂ ਹਿਸਟੋਰੀਅਨਸ ਯੂਜ਼ ਇਨ ਰਾਈਟਿੰਗ ਅਬਾਊਟ ਦ ਲਾਸਟ 250 ਈਅਰਸ ਆਫ ਇੰਡੀਅਨ ਹਿਸਟਰੀ ਆਪਾਂ ਪੜ੍ਹਾਂਗੇ ਠੀਕ ਹੈ। ਐਡਮਿਨਿਸਟ੍ਰੇਸ਼ਨ ਪ੍ਰੋਡਿਊਸਿਸ ਰਿਕਾਰਡਸ। ਐਡਮਿਨਿਸਟ੍ਰੇਸ਼ਨ ਕੌਣ ਹੁੰਦੇ ਨੇ ਬੱਚੇ ਦੱਸੋ। ਐਡਮਿਨਿਸਟ੍ਰੇਸ਼ਨ ਹੁੰਦੇ ਨੇਗੇ ਜਿਹੜੇ ਕਿ ਆਪਣਾ ਜਿਹੜਾ ਦੇਸ਼ ਦੇ ਵਿੱਚ ਕੀ ਕੀ ਚੇਂਜਸ ਆਏ ਉਹਨਾਂ ਦਾ ਰਿਕਾਰਡ ਰੱਖਣ ਵਾਲੇ ਠੀਕ ਹੈ। ਮਤਲਬ ਕਿ ਆਪਾਂ ਪੰਜਾਬੀ ਦੇ ਵਿੱਚ ਇੱਕ ਤਰ੍ਹਾਂ ਵੀ ਰਿਕਾਰਡ ਕੌਣ ਰੱਖਦਾ ਹੁੰਦਾ ਹੈ, ਆਪਣਾ ਜਿਹੜਾ ਆਪਣੇ ਉੱਤੇ ਰਾਜ ਕਰ ਰਿਹਾ ਠੀਕ ਹੈ, ਪ੍ਰਸ਼ਾਸਨ ਆਪਾਂ ਕਹਿ ਦਿੰਦੇ ਹਾਂ ਹੈ ਨਾ, ਹਾਂ ਪ੍ਰਸ਼ਾਸਨ ਕਹਿ ਸਕਦੇ ਹਾਂ ਆਪਾਂ ਠੀਕ ਹੈ। ਵਨ ਇੰਪੋਰਟੈਂਟ ਸੋਰਸ ਇਜ਼ ਦਾ ਓਫੀਸ਼ੀਅਲ ਰਿਕਾਰਡਸ ਆਫ ਦਾ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ। ਬ੍ਰਿਟਿਸ਼ ਜਿਹੜੇ ਆਪਣੇ ਉੱਤੇ ਰਾਜ ਕਰ ਰਹੇ ਸੀ ਠੀਕ ਹੈ ਉਹਨਾਂ ਦੇ ਓਫੀਸ਼ੀਅਲ ਰਿਕਾਰਡ ਸੀ ਜਿਹੜੇ ਠੀਕ ਹੈ ਉਹ ਇੰਪੋਰਟੈਂਟ ਸੋਰਸ ਸੀਗੇ ਠੀਕ ਹੈ, ਜਿਹੜੇ ਹਿਸਟੋਰੀਅਨਸ ਦੇ ਕੋਲ ਸੀ ਜਿਨ੍ਹਾਂ ਤੋਂ ਆਪਾਂ ਇੰਡੀਅਨ ਹਿਸਟਰੀ ਬਾਰੇ ਆਪਾਂ ਨੂੰ ਪਤਾ ਲੱਗਦਾ ਹੈ। ਦਾ ਬ੍ਰਿਟਿਸ਼ ਬਿਲੀਵਡ ਦੈਟ ਦਾ ਐਕਟ ਆਫ ਰਾਈਟਿੰਗ ਵਾਜ਼ ਇੰਪੋਰਟੈਂਟ। ਬ੍ਰਿਟਿਸ਼ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਸੀ ਕਿ ਰਾਈਟਿੰਗ ਕੁਛ ਵੀ ਚੀਜ਼ ਕੋਈ ਰਿਕਾਰਡ ਰੱਖਣਾ ਠੀਕ ਹੈ ਉਸਦਾ ਲਿਖਤੀ ਰੂਪ ਦੇ ਵਿੱਚ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਐਵਰੀ ਇੰਸਟਰਕਸ਼ਨ, ਪਲਾਨ, ਪੋਲਿਸੀ, ਡਿਸੀਜਨ, ਐਗਰੀਮੈਂਟ, ਇਨਵੈਸਟੀਗੇਸ਼ਨ ਹੈਡ ਟੂ ਬੀ ਕਲੀਅਰਲੀ ਰਿਟਨ ਅਪ। ਹਰ ਇੱਕ ਇੰਸਟਰਕਸ਼ਨ ਯਾਨੀ ਕਿ ਹਦਾਇਤ, ਪਲਾਨ ਕੋਈ ਠੀਕ ਹੈ, ਪੋਲਿਸੀ ਕੋਈ ਉਹਨਾਂ ਨੇ ਜਿਹੜਾ ਡਿਸੀਜ਼ਨ ਲੈਣਾ ਠੀਕ ਹੈ, ਕੋਈ ਐਗਰੀਮੈਂਟ ਕਿਸੇ ਦੇ ਵਿਚਾਲੇ ਸਮਝੌਤਾ ਹੋਇਆ ਠੀਕ ਹੈ, ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਜੋ ਵੀ ਹੋਈ ਹੈ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਸਮਝਦੇ ਸੀ। ਵੰਸ ਦਿਸ ਵਾਜ਼ ਡਨ ਥਿੰਗਸ ਕੁਡ ਬੀ ਪ੍ਰੋਪਰਲੀ ਸਟੱਡੀਡ ਐਂਡ ਡਿਬੇਟਡ। ਜਦੋਂ ਇਹ
ਚੀਜ਼ ਇੱਕ ਵਾਰ ਲਿਖਤੀ ਰੂਪ ਦੇ ਵਿੱਚ ਰੱਖੀ ਗਈ, ਠੀਕ ਹੈ, ਫਿਰ ਉਸ ਨੂੰ ਮੀਡੀਅਮ ਮੰਨ ਕੇ, ਠੀਕ ਹੈ, ਉਸ ਦੇ ਉੱਤੇ ਆਪਾਂ ਕਿਸੇ ਨਾਲ ਉਸ ਚੀਜ਼ ਦੇ ਰਾਈਟ ਜਾਂ ਰੋਂਗ ਹੋਣ 'ਤੇ ਆਪਾਂ ਬਹਿਸ ਕਰ ਸਕਦੇ ਹਾਂ, ਠੀਕ ਹੈ, ਜਾਂ ਉਸ ਦੇ ਅਕੋਰਡਿੰਗ ਉਹਨੂੰ ਆਪਾਂ ਪ੍ਰੂਫ ਮੰਨ ਸਕਦੇ ਹਾਂ। ਦਿਸ ਕਨਵਿਕਸ਼ਨ ਪ੍ਰੋਡਿਊਸਡ ਐਨ ਐਡਮਿਨਿਸਟ੍ਰੇਟਿਵ ਕਲਚਰ ਆਫ ਮੈਮੋਸ, ਨੋਟਿੰਗਸ ਐਂਡ ਰਿਪੋਰਟਸ। ਇੱਥੋਂ ਕੀ ਚੀਜ਼ ਸਟਾਰਟ ਹੋਈ, ਠੀਕ ਹੈ, ਮੈਮੋਸ ਤਿਆਰ ਕਰਨੇ, ਮਤਲਬ ਲਿਖਤੀ ਰੂਪ ਦੇ ਵਿੱਚ, ਠੀਕ ਹੈ, ਰਿਕਾਰਡ ਰੱਖਣਾ ਸ਼ੁਰੂ ਹੋ ਗਿਆ। ਦ ਬ੍ਰਿਟਿਸ਼ ਆਲਸੋ ਫੈਲਟ ਦੈਟ all important documents and letters needed to be carefully preserved। ਬ੍ਰਿਟਿਸ਼ ਨੂੰ ਮਤਲਬ ਕਿ ਇਹ ਵੀ ਪਤਾ ਸੀਗਾ, ਠੀਕ ਹੈ, ਕਿ ਜਿਹੜੇ ਇੰਪੋਰਟੈਂਟ ਡਾਕੂਮੈਂਟ ਸੀ, ਜਿਹੜੇ ਜਾਂ ਜ਼ਰੂਰੀ ਖੱਤ ਸੀਗੇ, ਠੀਕ ਹੈ, ਉਹਨਾਂ ਨੂੰ ਪ੍ਰੀਜ਼ਰਵ ਕਰਨਾ, ਮਤਲਬ ਬਚਾ ਕੇ ਰੱਖਣਾ, ਸਾਂਭ ਸੰਭਾਲ ਕਰਨੀ ਉਹਨਾਂ ਦੀ, ਠੀਕ ਹੈ। ਇਹ ਨਹੀਂ ਹੈਗਾ ਵੀ ਕਿਤੇ ਵੀ ਸਿੱਟਤਾ ਅਤੇ ਉਹ ਗਵਾਚ ਗਿਆ ਜਾਂ ਗਲ ਸੜ ਗਿਆ, ਠੀਕ ਹੈ। ਪ੍ਰੀਜ਼ਰਵ ਕਰਨਾ ਮਤਲਬ ਸੁਰੱਖਿਅਤ, ਆਪਾਂ ਕਹਿ ਸਕਦੇ ਹਾਂ ਸੁਰੱਖਿਆ ਕਰਨੀ ਉਹਦੀ, ਠੀਕ ਹੈ, ਪ੍ਰੋਪਰਲੀ ਸੰਭਾਲ ਕੇ ਰੱਖਣਾ। So they set up record rooms attached to all administrative institutions, the village tehsildars office, the collectorate, the commissioner's office, the provincial secretariats, the law courts, all had the record rooms। ਮਤਲਬ ਸਾਰੇ ਜਿਹੜੇ ਸਰਕਾਰੀ ਦਫ਼ਤਰ ਸੀ, ਠੀਕ ਹੈ, ਸਾਰਿਆਂ ਦੇ ਆਪਣੇ ਆਪਣੇ ਰਿਕਾਰਡ ਰੂਮ ਸੀ, ਜਿੱਥੇ ਉਹ ਕੁਛ ਨਾ ਕੁਛ ਰਿਕਾਰਡ ਕਰਕੇ ਰੱਖਦੇ ਸੀ ਲਿਖਤੀ ਰੂਪ ਦੇ ਵਿੱਚ। ਸਪੈਸ਼ਲਾਈਜ਼ਡ ਇੰਸਟੀਟਿਊਸ਼ਨਸ ਲਾਈਕ ਆਰਕਿਵਸ ਐਂਡ ਮਿਊਜ਼ੀਅਮਸ ਵਰ ਆਲਸੋ established to preserve important records। ਮਤਲਬ ਇੰਸਟੀਟਿਊਸ਼ਨ ਵੀ ਬਣਾਏ ਗਏ ਸੀ, ਠੀਕ ਹੈ, ਮਿਊਜ਼ੀਅਮਸ, ਜਿੱਥੇ ਵੀ ਮਤਲਬ ਕਿ ਉਹਨਾਂ ਨੂੰ ਕੋਈ ਵੀ ਇੰਪੋਰਟੈਂਟ ਰਿਕਾਰਡ ਹੁੰਦਾ ਸੀ ਜਿਹੜਾ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਸੀ। ਲੈਟਰਸ ਐਂਡ ਮੈਮੋਸ ਦੈਟ ਮੂਵਡ ਫਰੋਮ ਵਨ ਬ੍ਰਾਂਚ ਆਫ ਦ ਐਡਮਿਨਿਸਟ੍ਰੇਸ਼ਨ ਟੂ ਅਨਦਰ ਇਨ ਦ अर्ਲੀ ਈਅਰਸ ਆਫ ਦ 19th ਸੈਂਚੁਰੀ ਕੈਨ ਸਟਿਲ ਬੀ ਰੈਡ ਇਨ ਦ ਆਰਕਿਵਸ। ਮਤਲਬ ਤਾਂ ਹੀ ਤਾਂ ਕਹਿੰਦੇ ਜਿਹੜਾ 19th ਸੈਂਚੁਰੀ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖਤੀ ਰੂਪ ਦੇ ਵਿੱਚ ਆਰਕਿਵਸ ਜਾਂ ਕਿਸੇ ਵੀ ਜਗ੍ਹਾ 'ਤੇ ਸੰਭਾਲ ਕੇ ਰੱਖਣ ਸੀ ਇੰਸਟੀਟਿਊਸ਼ਨ ਦੇ ਵਿੱਚ, ਉਹਨਾਂ ਨੂੰ ਆਪਾਂ ਅੱਜ ਪੜ੍ਹ ਸਕਦੇ ਹਾਂ, ਠੀਕ ਹੈ। You can also study the notes and reports that district officials prepared, or the instructions and directives that were sent by the officials at the top to the provincial administrators। ਕਹਿੰਦੇ ਉਹ ਨੋਟਸ ਆਪਾਂ ਅੱਜ ਵੀ ਪੜ੍ਹ ਸਕਦੇ ਹਾਂ, ਠੀਕ ਹੈ, ਜਾਂ ਰਿਪੋਰਟਸ ਜਿਹੜੀਆਂ ਕਿ ਡਿਸਟ੍ਰਿਕਟ ਆਫੀਸ਼ੀਅਲਸ ਮਤਲਬ ਜਿਹੜੇ ਕਿ ਆਪਣੇ ਅਫਸਰਾਂ ਨੇ ਉਸ ਟਾਈਮ 'ਤੇ ਪ੍ਰਪੇਅਰ ਕੀਤੀਆਂ ਸੀ, ਤਾਂ ਜਾਂ ਮਤਲਬ ਆਪਣੇ ਜਿਹੜੇ ਪ੍ਰਸ਼ਾਸਨ ਨੂੰ ਸੈਂਡ ਕੀਤੇ ਸੀ। In the early years of the 19th century, these documents were carefully copied out and beautifully written by the calligraphists, that is by those who specialized in the art of beautiful writing। calligraphist ਦੀ ਮੀਨਿੰਗ ਦੱਸਿਆ ਹੋਇਆ, ਠੀਕ ਹੈ, ਮਤਲਬ ਦੱਸਿਆ ਹੋਇਆ ਹੈ, ਜਿਹੜੇ ਬਹੁਤ ਜ਼ਿਆਦਾ ਸੁੰਦਰ ਲਿਖਦੇ ਨੇ, ਠੀਕ ਹੈ। ਕੈਲੀਗ੍ਰਾਫਿਸਟ ਮਤਲਬ ਇਹ ਨਹੀਂ ਪਤਾ ਲੱਗਦਾ ਕਿ ਉਹ ਕਾਪੀ ਜਾਂ ਪ੍ਰਿੰਟ ਕੀਤਾ ਹੋਇਆ ਜਾਂ ਹੈਂਡ ਰਿਟਨ ਹੈ, ਠੀਕ ਹੈ। ਸੋ ਜਿਹੜੇ ਉਸ ਟਾਈਮ ਦੇ ਵਿੱਚ ਜਿਹੜੇ ਅਰਲੀ ਡਾਕੂਮੈਂਟ ਸੀ, ਜਿਹੜੇ ਸੰਭਾਲੇ ਹੋਏ ਸੀ, ਜਦੋਂ ਪਤਾ ਲੱਗਿਆ ਕਿ ਇਹ ਖਰਾਬ ਵੀ ਹੋ ਸਕਦੇ, ਠੀਕ ਹੈ, ਫਿਰ ਉਹਨਾਂ ਨੂੰ ਕੈਲੀਗ੍ਰਾਫਿਸਟਸ ਬੁਲਾ ਕੇ, ਠੀਕ ਹੈ, ਵਧੀਆ ਤਰੀਕੇ ਦੇ ਨਾਲ ਕਾਪੀ ਕੀਤਾ ਗਿਆ ਅਤੇ ਦੁਬਾਰਾ ਸੰਭਾਲ ਕੇ ਰੱਖਿਆ ਗਿਆ। By the middle of the 19th century, with the spread of printing, multiple copies of these records were printed as proceedings of each government department। ਜਦੋਂ ਕਹਿੰਦੇ 19th ਸੈਂਚੁਰੀ ਦੇ ਵਿੱਚ ਅੱਧੀ 19th ਸੈਂਚੁਰੀ ਦੇ ਬਾਅਦ ਜਦੋਂ ਕਹਿੰਦੇ ਪ੍ਰਿੰਟਿੰਗ ਦਾ ਦੌਰ ਆਇਆ, ਠੀਕ ਹੈ, ਫਿਰ ਇਹਨਾਂ ਦੀਆਂ ਅਲੱਗ-ਅਲੱਗ ਕਾਪੀਸ ਕਈ ਤਰ੍ਹਾਂ ਦੀਆਂ ਬਣਾ ਕੇ, ਠੀਕ ਹੈ, ਇਹਨਾਂ ਨੂੰ ਗਵਰਨਮੈਂਟ ਡਿਪਾਰਟਮੈਂਟਸ ਦੇ ਵਿੱਚ ਭੇਜ ਦਿੱਤਾ ਗਿਆ ਕਿ ਇਹਨਾਂ ਨੂੰ ਸੰਭਾਲਿਆ ਜਾ ਸਕੇ। ਸਰਵੇਸ ਬਿਕਮ ਇੰਪੋਰਟੈਂਟ। ਸਰਵੇ ਕੀ ਹੁੰਦਾ ਹੈ ਬੱਚੇ? ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਜਾ ਕੇ ਉਸ ਜਗ੍ਹਾ ਦਾ ਜਾਇਜ਼ਾ ਲੈਣਾ, ਠੀਕ ਹੈ, ਜਾਂ ਕਿਸੇ ਵੀ ਚੀਜ਼ ਨੂੰ ਆਪਾਂ ਸ਼ੁਰੂ ਕਰਦੇ ਹਾਂ, ਠੀਕ ਹੈ, ਉਸ ਤੋਂ ਪਹਿਲਾਂ ਆਪਾਂ ਜਾ ਕੇ ਫੋਰ ਐਗਜ਼ਾਮਪਲ ਆਪਾਂ ਘਰ ਬਣਾਉਣਾ, ਠੀਕ ਹੈ, ਆਪਾਂ ਸਭ ਤੋਂ ਪਹਿਲਾਂ ਜਾ ਕੇ ਲੈਂਡ ਦੇਖਾਂਗੇ, ਠੀਕ ਹੈ, ਕਿੱਦਾਂ ਦੀ ਹੈ। ਫਿਰ ਉਸ ਤੋਂ ਬਾਅਦ ਆਪਾਂ ਉਸ ਦੀ ਸਲੋਪ ਦੇਖਾਂਗੇ ਕਿ ਇਹ ਕਿੰਨੀ ਉਚਾਈ 'ਤੇ ਹੈ, ਠੀਕ ਹੈ। ਸਲੋਪ ਯਾਨੀ ਕਿ ਇਹ ਜਿਹੜਾ ਪੱਧਰ ਹੈ ਵਾਹਣ ਜਿੱਥੇ ਆਪਾਂ ਘਰ ਬਣਾਉਣਾ, ਠੀਕ ਹੈ, ਇੱਦਾਂ ਦੀ ਉਹ ਚੀਜ਼ ਨੂੰ ਕਹਿੰਦੇ ਆਪਾਂ ਸਰਵੇ, ਠੀਕ ਹੈ। ਦਾ ਪ੍ਰੈਕਟਿਸ ਆਫ ਸਰਵੇਇੰਗ ਆਲਸੋ ਬਿਕਮ ਕਾਮਨ ਅੰਡਰ ਦਾ ਕਲੋਨੀਅਲ ਐਡਮਿਨਿਸਟ੍ਰੇਸ਼ਨ। ਕਹਿੰਦੇ ਸਰਵੇ ਕਰਨਾ ਜ਼ਰੂਰੀ ਹੋ ਗਿਆ ਕਲੋਨੀਅਲ ਯਾਨੀ ਕਿ ਬ੍ਰਿਟਿਸ਼ ਦੇ ਰੂਲ ਦੇ ਅੰਡਰ। ਦਾ ਬ੍ਰਿਟਿਸ਼ ਬਿਲੀਵਡ ਦੈਟ ਦਾ ਕੰਟਰੀ ਹੈਡ ਟੂ ਬੀ ਪ੍ਰੋਪਰਲੀ ਨੋਨ ਬਿਫੋਰ ਇਟ ਕੁਡ ਬੀ ਇਫੈਕਟਿਵਲੀ ਐਡਮਿਨਿਸਟਰਡ। ਉਹਨਾਂ ਨੂੰ ਯਕੀਨ ਸੀਗਾ, ਠੀਕ ਹੈ, ਮਤਲਬ ਕਿ ਆਪਣੇ ਦੇਸ਼ ਨੂੰ ਜਿਹੜਾ ਭਾਰਤ ਹੈ, ਠੀਕ ਹੈ, ਇਸ 'ਤੇ ਵੱਖ-ਵੱਖ ਜਗ੍ਹਾ 'ਤੇ ਜਾ ਕੇ ਇਸ ਦਾ ਸਰਵੇ ਕਰਨਾ ਕਿ ਇੱਥੇ ਕਿੱਦਾਂ ਦੇ ਲੋਕ ਨੇ, ਕੀ ਉਹਨਾਂ ਦੀ ਸੋਚ ਹੈ, ਠੀਕ ਹੈ, ਕਿਸ ਤਰ੍ਹਾਂ ਇਹਨਾਂ ਦੇ ਉੱਤੇ ਕਬਜ਼ਾ ਕੀਤਾ ਜਾ ਸਕਦਾ। ਉਹ ਸਾਰੀਆਂ ਚੀਜ਼ਾਂ ਨੂੰ ਉਹ ਮੰਨਦੇ ਸੀ ਕਿ ਸਰਵੇ ਕਰਨਾ ਜ਼ਰੂਰੀ ਹੈ। ਬਾਏ ਦਾ अर्ਲੀ 19th ਸੈਂਚੁਰੀ ਡਿਟੇਲਡ ਸਰਵੇਸ ਵਰ being carried out to map the entire country in the villages. Revenue surveys were conducted. The effort was to know the topography, the soil quality, the flora, the fauna, the local histories and the cropping pattern, all the facts seen as necessary to know about the administer the region। ਮਤਲਬ ਕਿ ਉਹ ਸਰਵੇ ਕਰਦੇ ਸੀ ਕਿ ਕੋਈ ਕਿੱਦਾਂ ਦੀ ਲੈਂਡ ਹੈ, ਠੀਕ ਹੈ, ਕਿੱਦਾਂ ਟੋਪੋਗ੍ਰਾਫੀ ਉੱਚੀ ਨੀਵੀਂ ਹੈ, ਪਲੇਨਸ ਨੇ, ਠੀਕ ਹੈ, ਕਿੱਦਾਂ ਦੀ ਉੱਥੇ ਜੀਵ ਜੰਤੂਆਂ ਦਾ ਵਾਸ ਹੈ, ਠੀਕ ਹੈ, ਮਤਲਬ ਕਿ ਉੱਥੇ ਕਿਹੜੀ ਫਸਲ ਵਧੀਆ ਉੱਗਦੀ ਹੈ, ਠੀਕ ਹੈ। ਇਹ ਚੀਜ਼ਾਂ ਨੂੰ ਇੰਪੋਰਟੈਂਟ ਕੰਸੀਡਰ ਕਰਕੇ ਉਹ ਫਿਰ ਉਸ ਤੋਂ ਬਾਅਦ ਉਸ ਜਗ੍ਹਾ ਨੂੰ ਐਡਮਿਨਿਸਟਰ ਯਾਨੀ ਕਿ ਉਸ ਦੇ ਉੱਤੇ ਕਬਜ਼ਾ ਕਰਨ ਦਾ ਪਲਾਨ ਬਣਾਉਂਦੇ ਸੀ। From the end of the 19th century, census operations were held every 10 years।
19th ਸੈਂਚੁਰੀ ਤੋਂ ਬਾਅਦ ਯਾਨੀ ਕਿ 1901 ਤੱਕ, ਠੀਕ ਹੈ, 1901 ਤੋਂ ਬਾਅਦ ਲਾ ਲਓ। ਉਸ ਤੋਂ ਬਾਅਦ ਕੀ ਸ਼ੁਰੂ ਹੋਇਆ, ਹਰ 10 ਸਾਲ ਬਾਅਦ ਕੀ ਹੋਇਆ, ਮਤਲਬ ਕਿ ਇੱਕ ਸਰਵੇ ਜਾਂ ਆਪਾਂ ਕਹਿ ਸਕਦੇ ਹਾਂ ਸੈਂਸਸ ਆਪਰੇਸ਼ਨ, ਯਾਨੀ ਕਿ ਉਸ ਜਗ੍ਹਾ ਦੀ ਛਾਣਬੀਣ। ਉਸ ਤੋਂ ਬਾਅਦ ਉੱਥੇ ਕੀ ਹੋਇਆ, ਠੀਕ ਹੈ, ਪਿਛਲੇ 10 ਸਾਲਾਂ 'ਚ ਉਸ ਜਗ੍ਹਾ ਦੇ ਵਿੱਚ ਕੀ ਚੇਂਜਿਸ ਆਏ, ਹਰ 10 ਸਾਲ ਬਾਅਦ ਉਹ ਚੀਜ਼ ਕੰਡਕਟ ਕਰਾਉਣੀ ਸ਼ੁਰੂ ਕਰਤੀ। these prepared details records of the number of people in all the provinces of India, ਜਿਸ ਦੇ ਵਿੱਚ ਕੀ ਲਿਖਿਆ ਜਾਂਦਾ ਸੀਗਾ, ਕਿੰਨੇ ਲੋਕ ਰਹਿੰਦੇ ਨੇ ਉਹ ਪ੍ਰੋਵਿੰਸ, ਪਾਰਟੀਕੂਲਰ ਪ੍ਰੋਵਿੰਸ ਮਤਲਬ ਉਹ ਏਰੀਆ ਜਿਹੜਾ ਕਿਸੇ ਰਾਜ ਦੇ ਅੰਡਰ, ਪ੍ਰੋਵਿੰਸ ਹੁੰਦਾ ਹੈ ਇੱਕ ਸਟੇਟ, ਠੀਕ ਹੈ, ਜਿਹੜੀ ਕਿਸੇ ਪਰਟੀਕੂਲਰ ਲੀਡਰ ਦੇ ਅੰਡਰ ਆਉਂਦੀ ਹੈ, ਠੀਕ ਹੈ। ਨੋਟਿੰਗ ਇਨਫੋਰਮੇਸ਼ਨ ਔਨ ਕਾਸਟ, ਰਿਲੀਜਨਸ ਐਂਡ ਆਕੂਪੇਸ਼ਨ, ਅਤੇ ਉਸਦੇ ਵਿੱਚ ਹੋਰ ਕੀ ਲਿਖਿਆ ਹੁੰਦਾ ਸੀ, ਲੋਕਾਂ ਦੀਆਂ ਕਾਸਟ ਲਿਖੀ ਹੁੰਦੀ ਸੀ, ਠੀਕ ਹੈ, ਕਿਹੜੀ ਕਾਸਟ ਦੇ ਕਿੰਨੇ ਲੋਕ ਰਹਿੰਦੇ ਨੇ, ਕਿਹੜਾ ਉਹਨਾਂ ਦਾ ਰਿਲੀਜਨ ਹੈ ਅਤੇ ਕੀ ਉਹਨਾਂ ਦਾ ਕਿੱਤਾ ਹੈ, ਠੀਕ ਹੈ, ਆਕੂਪੇਸ਼ਨ ਕੀ ਹੈ। ਦੇਅਰ ਵਰ ਮੈਨੀ ਅਦਰ ਸਰਵਿਸ, ਬੋਟੈਨੀਕਲ ਸਰਵਿਸ, ਜੂਲੋਜੀਕਲ ਸਰਵਿਸ, ਆਰਕੋਲੋਜੀਕਲ ਸਰਵਿਸ, ਐਂਥਰੋਪੋਲੋਜੀਕਲ ਸਰਵਿਸ, ਫੋਰੈਸਟ ਸਰਵਿਸ, ਇਹ ਵੱਖ ਤਰ੍ਹਾਂ ਦੇ ਸਰਵੇ ਕੀਤੇ ਜਾਂਦੇ ਸੀ, ਠੀਕ ਹੈ, ਜਿਹਦੇ ਵਿੱਚ ਕਿ ਕਿੱਦਾਂ ਦਾ ਉੱਥੇ ਮਤਲਬ ਕਿ ਫਸਲ ਉਗਾਈ ਜਾ ਸਕਦੀ ਹੈ, ਕਿੱਦਾਂ ਦੇ ਉੱਥੇ ਵਾਈਲਡ ਐਨੀਮਲਸ ਰਹਿੰਦੇ ਨੇ, ਠੀਕ ਹੈ, ਕਿੱਦਾਂ ਦੇ ਪੈਟ ਐਨੀਮਲਸ ਨੇ, ਕਿੱਦਾਂ ਦੇ ਲੋਕ ਰਹਿੰਦੇ ਨੇ, ਕਿੱਦਾਂ ਦੇ ਲੋਕ ਉੱਥੇ ਰਹਿ ਕੇ ਅੱਜ ਤੋਂ ਪਹਿਲਾਂ ਜਾ ਚੁੱਕੇ ਨੇ। ਇਹ ਸਾਰੀਆਂ ਚੀਜ਼ਾਂ ਦਾ ਸਰਵੇ ਨੂੰ ਜਿਹੜੇ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਸੀ, ਠੀਕ ਹੈ, ਜਾਂ ਮਤਲਬ ਉਸ ਪ੍ਰਸ਼ਾਸਨ ਦੇ ਲੋਕ ਸੀ, ਉਹ ਜ਼ਰੂਰੀ ਸਮਝਦੇ ਸੀ। ਬਟ ਓਫੀਸ਼ੀਅਲ ਰਿਕਾਰਡਸ ਡੂ ਨਾਟ ਟੈਲ, ਓਫੀਸ਼ੀਅਲ ਰਿਕਾਰਡਸ ਦੇ ਵਿੱਚ ਆਪਾਂ ਨੂੰ ਬਹੁਤ ਚੀਜ਼ਾਂ ਪਤਾ ਲੱਗ ਗਈਆਂ, ਬਟ ਆਪਾਂ ਨੂੰ ਕੀ ਨਹੀਂ ਪਤਾ ਲੱਗਦਾ, ਠੀਕ ਹੈ, ਉਹ ਆਪਾਂ ਪੜ੍ਹਦੇ ਹਾਂ। ਫਰੋਮ ਦਿਸ ਵਾਸਟ ਕਾਰਪਸ ਆਫ ਰਿਕਾਰਡਸ ਵੀ ਕੈਨ ਗੈਟ ਟੂ ਨੋ ਅ ਲੋਟ, but we must remember that these are official records. They tell us what the officials thought, what images need to be carefully studied for the project of viewpoint of those who create them. ਪਰ ਕਹਿੰਦੇ ਉਹਨਾਂ ਵਿੱਚ ਆਪਾਂ ਨੂੰ ਉਹੀ ਚੀਜ਼ਾਂ ਪਤਾ ਲੱਗਦੀਆਂ ਜਿਹੜੀਆਂ ਉਹਨਾਂ ਦੇ ਅਕੋਰਡਿੰਗ ਇੰਪੋਰਟੈਂਟ ਸੀ, ਜਿਹੜੀਆਂ ਦਾ ਉਹਨਾਂ ਨੇ ਸਰਵੇ ਕੀਤਾ ਸੀ ਅਤੇ ਉਹਨਾਂ ਲਈ ਉਹ ਜ਼ਰੂਰੀ ਸੀ, ਠੀਕ ਹੈ। these records do not always help us understand what other people in the country felt and but lay behind their actions. ਪਰ ਬਾਕੀ ਲੋਕਾਂ ਬਾਰੇ ਆਪਾਂ ਨੂੰ ਇਹਨਾਂ ਤੋਂ ਕੁਛ ਵੀ ਪਤਾ ਨਹੀਂ ਲੱਗਦਾ, ਠੀਕ ਹੈ, ਕਿ ਉਹ ਕੀ ਚਾਹੁੰਦੇ ਸੀ, ਉਹਨਾਂ ਦੀ ਕਿੱਦਾਂ ਦੀ ਸੋਚ ਸੀ। ਇਹ ਚੀਜ਼ਾਂ ਨੂੰ ਆਪਾਂ ਨਹੀਂ ਸਟੱਡੀ ਕਰ ਸਕਦੇ ਉਹਨਾਂ ਦੇ ਰਿਕਾਰਡਸ ਤੋਂ ਬਿਨਾਂ, ਉਹਨਾਂ ਦੇ ਰਿਕਾਰਡਸ ਦੇ ਵਿੱਚੋਂ। ਫੋਰ ਦੈਟ ਵੀ ਨੀਡ ਟੂ ਲੁੱਕ ਐਲਸਵੇਅਰ, ਉਹ ਇਹ ਚੀਜ਼ਾਂ ਲਈ ਆਪਾਂ ਨੂੰ ਕਿਤੇ ਹੋਰ ਦੇਖਣਾ ਪਊਗਾ। ਵੈਨ ਵੀ ਬਿਗਨ ਟੂ ਸਰਚ ਫੋਰ ਦੀਜ਼ ਆਊਟਸੋਰਸਿਸ ਵੀ ਫਾਈਂਡ ਦੈਮ ਇਨ ਪਲੈਂਟੀ, ਜਦੋਂ ਆਪਾਂ ਇਹ ਚੀਜ਼ਾਂ ਬਾਰੇ ਸਰਚ ਕਰਨਾ ਸ਼ੁਰੂ ਕਰਤਾ, ਠੀਕ ਹੈ, ਸਾਨੂੰ ਬਹੁਤ ਜ਼ਿਆਦਾ ਸੋਰਸਿਸ ਪਤਾ ਲੱਗੇ ਜਿਨ੍ਹਾਂ ਦੇ ਬਾਰੇ ਬਾਕੀ ਲੋਕਾਂ ਦੀ ਸੋਚ ਵੀ ਪਤਾ ਲੱਗਦੀ ਹੈ ਆਪਾਂ ਨੂੰ, ਠੀਕ ਹੈ। ਦੋ ਦੇ ਆਰ ਮੋਰ ਡਿਫੀਕਲਟ ਟੂ ਗੈਟ ਦੈਨ ਓਫੀਸ਼ੀਅਲ ਰਿਕਾਰਡਸ, ਪਰ ਹਾਂ ਕਹਿੰਦੇ ਓਫੀਸ਼ੀਅਲ ਰਿਕਾਰਡਸ ਦੇ ਵਿੱਚ ਤਾਂ ਆਪਾਂ ਨੂੰ ਦਿੱਤੀ ਪਈ ਆ, ਠੀਕ ਹੈ, ਚੀਜ਼ ਆਪਾਂ ਨੂੰ ਸ਼ਰੇਆਮ ਹੀ ਆਪਣੇ ਸਾਹਮਣੇ ਆ, ਬਟ ਜਿਹੜੀਆਂ ਬਾਕੀ ਸੋਰਸਿਸ ਜਿਹੜੇ ਆਪਾਂ ਨੂੰ ਮਿਲੇ ਬਾਕੀ ਲੋਕਾਂ ਬਾਰੇ ਜਾਣਨ ਵਾਸਤੇ, ਉਹ ਬਹੁਤ ਔਖੇ ਮਿਲੇ, ਠੀਕ ਹੈ। We have diaries of people, accounts of pilgrims and travelers, autobiographies of important personalities and popular booklets that were sold in the local bazaars. ਪੀਪਲ ਦੀਆਂ ਜਿਹੜੀਆਂ ਉੱਥੇ ਲੋਕਲ ਲੋਕ ਸੀ, ਠੀਕ ਹੈ, ਡਾਇਰੀਜ਼ ਲਿਖਦੇ ਸੀਗੇ, ਉਹਨਾਂ ਦੀਆਂ ਡਾਇਰੀਜ਼ ਤੋਂ ਪਤਾ ਲੱਗਦਾ ਹੈ। ਪਿਲਗ੍ਰਿਮਸ ਬਾਰੇ ਕੁਛ, ਪਿਲਗ੍ਰਿਮਸ ਹੁੰਦੇ ਨੇ ਸ਼ਰਧਾਲੂ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਟਰੈਵਲ ਕਰਦੇ ਨੇ ਰਿਲੀਜੀਅਸ ਮੋਟਿਵ ਦੇ ਨਾਲ, ਠੀਕ ਹੈ। ਟਰੈਵਲਰਸ ਜਿਹੜੇ ਮਤਲਬ ਟੂਰਿਸਟ ਹੁੰਦੇ ਨੇ, ਠੀਕ ਹੈ, ਵੱਖ ਥਾਵਾਂ ਨੂੰ ਐਕਸਪਲੋਰ ਕਰਨ ਦਾ ਸ਼ੌਕ ਰੱਖਦੇ ਨੇ। ਆਟੋਬਾਇਓਗ੍ਰਾਫੀ ਹੁੰਦੀ ਹੈ ਬੱਚੇ, ਆਤਮ ਜੀਵਨੀ, ਠੀਕ ਹੈ, ਜਿੱਦਾਂ ਮਤਲਬ ਮੈਂ ਆਪਣੀ ਲਾਈਫ ਦੇ ਬਾਰੇ ਲਿਖਾਂ, ਠੀਕ ਹੈ, ਉਹ ਕੀ ਹੋਊਗੀ ਮੇਰੀ ਆਟੋਬਾਇਓਗ੍ਰਾਫੀ। ਬਾਇਓਗ੍ਰਾਫੀ ਹੁੰਦੀ ਹੈ ਕਿਸੇ ਵੀ ਪਰਸਨ ਦੀ ਲਾਈਫ ਬਾਰੇ ਲਿਖ ਦੇਣਾ, ਠੀਕ ਹੈ। ਮੰਨ ਲਓ ਆਪਾਂ APJ ਅਬਦੁਲ ਕਲਾਮ ਦੀ ਲਾਈਫ ਬਾਰੇ ਆਪਾਂ ਬੁੱਕ ਲਿਖ ਦਈਏ, ਉਹ ਹੋ ਗਈ ਬਾਇਓਗ੍ਰਾਫੀ। ਬਟ ਜੇ APJ ਅਬਦੁਲ ਕਲਾਮ ਆਪਣੀ ਬੁੱਕ ਆਪ ਲਿਖ ਕੇ ਗਏ ਨੇ, ਠੀਕ ਹੈ, ਤਾਂ ਉਹ ਹੋ ਗਈ ਆਟੋਬਾਇਓਗ੍ਰਾਫੀ, ਠੀਕ ਹੈ। ਆਫ ਇੰਪੋਰਟੈਂਟ ਪਰਸਨੈਲਿਟੀਜ਼, ਇੰਪੋਰਟੈਂਟ ਜਿਹੜੇ ਉਸ ਸਮੇਂ ਦੇ ਖਾਸ ਲੋਕ ਸੀ, ਠੀਕ ਹੈ, ਆਪਣੇ ਦੇਸ਼ ਦੇ ਇੰਪੋਰਟੈਂਟ ਲੀਡਰ ਵੀ ਹੋ ਸਕਦੇ ਨੇ, ਆਪਣੇ ਨੈਸ਼ਨਲ ਜਿਹੜੇ ਦੇਸ਼ ਭਗਤ ਸੀ, ਠੀਕ ਹੈ, ਉਹ ਵੀ ਹੋ ਸਕਦੇ ਨੇ, ਉਹਨਾਂ ਦੀਆਂ ਆਤਮਿਕ ਜੀਵਨੀਆਂ, ਠੀਕ ਹੈ, ਉਹਨਾਂ ਤੋਂ ਵੀ ਆਪਾਂ ਨੂੰ ਪਤਾ ਲੱਗਦਾ ਹੈ। ਐਜ਼ ਪ੍ਰਿੰਟਿੰਗ ਸਪਰੈਡ ਨਿਊਜ਼ਪੇਪਰਸ ਵਰ ਪਬਲਿਸ਼ਡ ਐਂਡ ਇਸ਼ੂਡ ਵਰ ਡਿਬੇਟਡ ਇਨ ਪਬਲਿਕ, ਜਦੋਂ ਪ੍ਰਿੰਟਿੰਗ ਦਾ ਦੌਰ ਆਇਆ, ਠੀਕ ਹੈ, ਪ੍ਰਿੰਟ ਹੋਣ ਲੱਗ ਗਿਆ ਸਾਰਾ ਕੁਛ, ਠੀਕ ਹੈ, ਪ੍ਰਿੰਟਿੰਗ ਮਸ਼ੀਨਸ ਆ ਗਈਆਂ, ਫਿਰ ਉਸ ਤੋਂ ਬਾਅਦ ਨਿਊਜ਼ਪੇਪਰ ਵੀ ਪਬਲਿਸ਼ ਹੋਣ ਲੱਗ ਗਏ, ਠੀਕ ਹੈ, ਅਤੇ ਜਿਹੜੀਆਂ ਵੱਖ ਇਸ਼ੂ ਕ੍ਰੀਏਟ ਹੁੰਦੇ ਸੀ ਉਸ ਟਾਈਮ 'ਤੇ ਉਹਦੇ ਉੱਤੇ ਬਹਿਸ ਕੀਤੀ ਜਾਂਦੀ ਸੀ ਪਬਲਿਕ ਦੇ ਵਿੱਚ। ਲੀਡਰਸ ਐਂਡ ਰਿਫੋਰਮਰਸ ਰੋਟ ਟੂ ਸਪਰੈਡ ਦੇਅਰ ਆਈਡੀਆਜ਼, ਲੀਡਰ ਸੀ ਜਿਹੜੇ, ਠੀਕ ਹੈ, ਜਾਂ ਜਿਹੜੇ ਮਤਲਬ ਕਿ ਸੋਸ਼ਲ ਰਿਫੋਰਮਰ, ਮਤਲਬ ਕਿ ਲੋਕਾਂ ਨੂੰ ਜਾਗਰੂਕ ਕਰਦੇ ਸੀ ਜਿਹੜੇ ਆਜ਼ਾਦੀ ਦੇ ਬਾਰੇ, ਉਹ ਆਪਣੇ ਆਈਡੀਆਜ਼ ਲਿਖਦੇ ਸੀ ਅਖਬਾਰਾਂ ਦੇ ਵਿੱਚ ਜਾਂ ਰਸਾਲਿਆਂ ਦੇ ਵਿੱਚ। ਪੋਇਟਸ ਐਂਡ ਨੋਬਲਿਸਟ ਰੋਟ ਟੂ ਐਕਸਪ੍ਰੈਸ ਦੇਅਰ ਫੀਲਿੰਗਸ, ਪੋਇਟਸ ਹੁੰਦੇ ਸੀ ਉਹ ਕਵਿਤਾਵਾਂ ਲਿਖਦੇ ਸੀ, ਉਹਨਾਂ ਦੇ ਥਰੂ ਆਪਣੀਆਂ ਫੀਲਿੰਗਸ ਐਕਸਪ੍ਰੈਸ ਕਰਦੇ ਸੀ, ਜਿਨ੍ਹਾਂ ਤੋਂ ਆਪਾਂ ਨੂੰ ਬਾਕੀ ਲੋਕਾਂ ਦੀ ਸੋਚ ਬਾਰੇ ਵੀ ਪਤਾ ਲੱਗਦਾ। All these sources, however, were produced by those who were literate,
ਪਰ ਕਹਿੰਦੇ ਇਹ ਸੋਰਸਿਸ ਵੀ ਉਹਨਾਂ ਦੁਆਰਾ ਹੀ ਪ੍ਰੋਡਿਊਸ ਕੀਤੇ ਗਏ ਸੀ ਜਿਹੜੇ ਪੜ੍ਹੇ ਲਿਖੇ ਸੀ ਉਸ ਟਾਈਮ ਦੇ ਵਿੱਚ। ਫਰੋਮ ਥੀਸ ਵੀ ਵਿਲ ਨਾਟ ਬੀ ਏਬਲ ਟੂ ਅੰਡਰਸਟੈਂਡ ਹਾਊ ਹਿਸਟਰੀ ਵਾਜ਼ ਐਕਸਪੀਰੀਅੰਸਡ ਐਂਡ ਲਿਵਡ ਬਾਈ ਦਾ ਟਰਾਈਬਲਸ ਐਂਡ ਪੀਸੈਂਟਸ। ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਇਹ ਚੀਜ਼ ਨਹੀਂ ਪਤਾ ਲੱਗਦੀ ਕਿ ਹਿਸਟਰੀ ਦੇ ਵਿੱਚ ਜਿਹੜੇ ਪੀਸੈਂਟ ਲੋਕ, ਮਜ਼ਦੂਰ ਲੋਕ ਸੀਗੇ ਜਿਹੜੇ, ਠੀਕ ਹੈ, ਜਾਂ ਟਰਾਈਬਲ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਕੇ ਰਹਿੰਦੇ ਸੀ, ਕੋਈ ਪਰਮਾਨੈਂਟ ਹਾਊਸ ਨਹੀਂ ਸੀ ਜਿਨ੍ਹਾਂ ਦਾ, ਉਹਨਾਂ ਨੇ ਕਿੱਦਾਂ ਐਕਸਪੀਰੀਅੰਸ ਕੀਤੀ ਆਪਣੀ ਲਾਈਫ, ਠੀਕ ਹੈ। ਦਾ ਵਰਕਰਸ ਇਨ ਦਾ ਮਾਈਨਸ ਔਰ ਦਾ ਪੂਅਰਸ ਔਨ ਦਾ ਸਟਰੀਟ, ਜਿਹੜੇ ਮਾਈਨਿੰਗ ਦੇ ਵਿੱਚ ਕੰਮ ਕਰਦੇ ਸੀ ਮਾਈਨਸ ਦੇ ਵਿੱਚ, ਤਾਂ ਜਾਂ ਜਿਹੜੇ ਗਲੀਆਂ ਦੇ ਵਿੱਚ ਗਰੀਬ ਲੋਕ ਰਹਿੰਦੇ ਸੀ, ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਨੂੰ ਕੁਛ ਪਤਾ ਨਹੀਂ ਲੱਗਦਾ। ਗੈਟਿੰਗ ਟੂ ਨੋ ਦੇਅਰ ਲਾਈਫਸ ਇਜ਼ ਮੋਰ ਡਿਫੀਕਲਟ ਟਾਸਕ, ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨਾ ਹੋਰ ਵੀ ਜ਼ਿਆਦਾ ਮੁਸ਼ਕਿਲ, ਠੀਕ ਹੈ, ਟਾਸਕ ਸੀਗਾ। yet this can be done if we make a little bit of effort. when you read this book you will see how this can be done। ਕਹਿੰਦੇ ਇਹ ਚੀਜ਼ਾਂ ਕਰ ਸਕਦੇ ਸੀ, ਬਟ ਇਸ ਚੀਜ਼ ਵਾਸਤੇ ਥੋੜ੍ਹਾ ਜ਼ਿਆਦਾ ਐਫਰਟ ਚਾਹੀਦਾ ਸੀ, ਅਤੇ ਜਦੋਂ ਆਪਾਂ ਇਹ ਬੁੱਕ ਪੜ੍ਹਾਂਗੇ ਆਪਾਂ ਨੂੰ ਪਤਾ ਲੱਗ ਜੂਗਾ ਕਿ ਇਹ ਕਿੱਦਾਂ ਹੋਇਆ, ਠੀਕ ਹੈ। ਸੋ ਇਹ ਸੀ ਆਪਣਾ ਚੈਪਟਰ ਬੱਚੇ, ਹਾਊ, ਵੈਨ ਐਂਡ ਵੇਅਰ। ਇਸ ਦੇ ਕੁਐਸਚਨ ਆਨਸਰ ਵੀ ਤੁਹਾਨੂੰ ਸੈਂਡ ਕਰ ਦਿੱਤੇ ਜਾਣਗੇ, ਠੀਕ ਹੈ। ਅਤੇ ਇੱਕ ਨਾ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਹੁੰਦਾ ਗਾ, ਉੱਥੋਂ ਵੀ ਤੁਸੀਂ ਕੁਐਸਚਨ ਆਨਸਰ ਮਤਲਬ ਆਪਣਾ ਆਪਣੀ ਕਾਪੀ ਦੇ ਉੱਤੇ ਨੋਟ ਕਰ ਸਕਦੇ ਹੋ। ਬਟ ਆਪਾਂ ਕਰਨੇ ਕਿਹੜੇ ਨੇ, ਲਿੰਕ ਦੇ ਵਿੱਚ ਤਾਂ ਬਹੁਤ ਸਾਰੇ ਕੁਐਸਚਨ ਆਨਸਰ ਹੋਣਗੇ, ਠੀਕ ਹੈ। ਸਿਰਫ ਜਿਹੜੇ ਆਪਾਂ ਨੂੰ ਆਹ ਬੁੱਕ ਦੇ ਵਿੱਚ ਲਿਖੇ ਹੋਏ ਨੇ, ਜਿਹੜੇ ਆਹ ਆਪਾਂ ਪਾਰਟੀਕੂਲਰ ਆਪਣੀ, ਜਿੱਦਾਂ ਹੁਣ ਟਰੂ ਫਾਲਸ ਨੇ, ਟਰੂ ਫਾਲਸ ਤੁਸੀਂ ਪੈਨਸਿਲ ਨਾਲ ਬੁੱਕ ਦੇ ਉੱਤੇ ਵੀ ਕਰ ਸਕਦੇ ਹੋ, ਠੀਕ ਹੈ। ਕੁਐਸਚਨ ਆਨਸਰ ਕਿਹੜੇ ਕਰਨੇ ਨੇ, ਇਹ ਸਾਰੇ। ਆਹ ਜਿਹੜਾ ਲੈਟਸ ਡੂ ਵਾਲਾ ਹੁੰਦਾ ਇਹ ਸਿਰਫ ਰੀਡ ਕਰ ਲਿਓ, ਇਹਨੂੰ ਨੋਟਬੁੱਕ 'ਤੇ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਠੀਕ ਹੈ ਬੱਚੇ। ਥੈਂਕ ਯੂ।